if constantly the whole industry becomes like that कि नहीं यार असली असला 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 and we are glorifying, हमारे पास पंजाब में कमी है सब्जेक्ट्स की, साड़ी बाणी म्यूजिक पे लिखी गई है। ਤੁਹਾਨੂੰ ਲੱਗਦਾ ਵੀ ਜੇ ਗਾਣਿਆਂ ਕਰਕੇ ਹੀ ਵਾਇਲੈਂਸ ਹੁੰਦੀ ਹੈ ਜਾਂ ਗਾਣਿਆਂ ਕਰਕੇ ਹੀ ਲੋਕ ਪਿਸਤੌਲ ਜਾਂ ਅਸਲਾ ਚੱਕਦੇ ਨੇ, ਉਸ ਤੋਂ ਇਲਾਵਾ ਨਹੀਂ ਹੈਗਾ ਕੀ ਲੋੜ ਹੈ ਸਾਨੂੰ ਗਨਸ ਦੀ? ਆਈ ਐਮ ਅਸ਼ੇਮਡ। ये नहीं कि भाई आई एम बीइंग पेड सो आई विल डू एनीथिंग। ਮੈਨੂੰ ਨਹੀਂ ਲੱਗਦਾ ਇੱਕ ਨਾਰਮਲ ਫੈਮਿਲੀ 'ਚ ਬਹਿ ਕੇ ਜੇ ਫੈਮਿਲੀ ਅਸੀਂ ਦੇਖ ਰਹੇ ਹਾਂ ਟੀਵੀ, anyone's comfortable watching that। ਰੈਡ ਐਫਐਮ ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਅੱਜ ਸਾਡੇ ਨਾਲ ਨੇ ਕੁਲਰਾਜ ਰੰਧਾਵਾ। ਤੁਸੀਂ ਇਹਨਾਂ ਨੂੰ ਦੇਖਿਆ ਹੋਣਾ ਕਈ ਨਾ ਸ਼ੋਅ 'ਚ, ਜਦੋਂ ਇੱਕ ਡਿੰਪਲ ਵਾਲੀ ਕੁੜੀ ਨੇ ਸਾਰਿਆਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਲਈ ਸੀ। ਅੱਜ ਸਾਡੇ ਨਾਲ ਨੇ, ਕੈਲਗਰੀ ਆਫਿਸ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਰੈਡ ਐਫਐਮ ਤੇ। ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਸ਼ੁਭ, ਤੁਹਾਡਾ ਵੀ, ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ ਐਂਡ ਇਟਸ ਲਵਲੀ ਟੂ ਬੀ ਹੇਅਰ। ਕੁਲਰਾਜ, ਤੁਸੀਂ ਮੂਵੀਜ਼ ਕਰਦੇ ਹੋ, ਫਿਰ ਗੈਪ ਲੈ ਲੈਂਦੇ ਹੋ, ਤਾਂ ਆਡੀਅנס ਵੀ ਵੇਟ 'ਚ ਰਹਿੰਦੀ ਹੈ ਵੀ ਕਦੋਂ ਕੁਲਰਾਜ ਦੀ ਅਗਲੀ ਮੂਵੀ ਆਊਗੀ। ਯੂ ਕੀਪ ਦਮ ਗੈਸਿੰਗ। ਤਾਂ ਹੁਣ ਅਗਲੀ ਮੂਵੀ ਕਦੋਂ ਆ ਰਹੀ ਹੈ ਤੇ ਗੈਪ ਕਿਉਂ ਹੁੰਦਾ? ਸੋ ਬੇਸਿਕਲੀ ਆਈ ਬਿਲੀਵ ਕਿ ਜਦੋਂ ਤੱਕ ਤੁਸੀਂ ਤੁਹਾਨੂੰ ਕੋਈ ਇੰਸਪਾਇਰਿੰਗ ਕੰਮ ਨਾ ਆਵੇ, ਉਹਦਾ ਕੋਈ ਆਈ ਫੀਲ ਆਈ ਹੈਵ ਟੂ ਬੀ ਡਰਿਵਨ ਟੂ ਪਰਫੋਰਮ। ਜੇ ਕੋਈ ਐਸੀ ਸਕ੍ਰਿਪਟ ਆਵੇ ਜਾਂ ਕੋਈ ਇੰਨਾ ਕਨਵਿੰਸਿੰਗਲੀ ਮੇਰੇ ਕੋਲ ਕੋਈ ਸਕ੍ਰਿਪਟ ਲੈ ਕੇ ਆਵੇ ਕਿ ਹਾਂ ਜੀ ਦਿਸ ਇਜ਼ ਫॉर ਯੂ ਐਂਡ ਦਿਸ ਇਜ਼ ਸਮਥਿੰਗ ਐਕਸਟਰਾordinary ਐਂਡ ਆਈ ਬਿਲੀਵ ਇਨ ਆਈਡੀਆ ਲਾਈਕ ਦੈਟ, I love to, go ahead with it. But I'm more of a quality person than a quantity person, and I've always believed that from the very beginning in my life. And I think somewhere down the line, I've always earned that kind of an audience. ਜਿਹੜੀ ਮੇਰੀ audience ਸੀਗੀ, my fan following, I'm really happy because they've been very honest with me, for that long. Because ਕਈ ਵਾਰੀ ਉਹਨਾਂ ਨੂੰ ਲੱਗਦਾ ਕਿ I should work more and stuff like that. But I would like to take this opportunity ਉਹਨਾਂ ਨੂੰ ਦੱਸਣ ਲਈ ਕਿ ਐਕਟਰ ਕਦੀ ਵੀ ਪੁਰਾਣਾ ਜਾਂ ਨਵਾਂ ਨਹੀਂ ਹੁੰਦਾ। ਜਦੋਂ ਕੰਮ ਦੇ ਨਾਲ ਤੁਸੀਂ ਐਕਸਪੀਰੀਅੰਸ ਕਰਦੇ ਹੋ ਆਪਣੀ ਲਾਈਫ 'ਚ, ਵੈਨੇਵਰ ਯੂ ਗੈਟ ਐਨ ਓਪਰਚੁਨਿਟੀ, ਉਹ ਤੁਸੀਂ ਕਿਰਦਾਰ ਉਹਨੂੰ ਕਿਸੇ 'ਚ ਵੀ ਦੇਖੋਗੇ, ਤੁਹਾਨੂੰ ਹਮੇਸ਼ਾ ਉਹ ਐਕਟਰ ਕੁਛ ਨਵਾਂ ਹੀ ਪਰਫੋਰਮ ਕਰਕੇ ਲੈ ਕੇ ਆਊਗਾ। ਬਟ ਸਮਟਾਈਮਸ ਇਫ ਯੂ ਸੇ ਕਿ ਆਈ ਐਮ ਜਸਟ ਰਿਪੀਟਡਲੀ ਡੂਇੰਗ ਦ ਸੇਮ ਥਿੰਗ, ਆਡੀਅנס ਹੀ ਵਾਪਸ ਆ ਕੇ ਕਹੂਗੀ ਆ ਜੀ ਕਿ ਕੋਈ ਡਿਫਰੈਂਟ ਕਿਉਂ ਨਹੀਂ ਕਰਦੇ, ਤੁਸੀਂ ਇੱਕ ਹੀ ਚੀਜ਼ ਦੁਬਾਰਾ ਕਰੀ ਜਾਂਦੇ ਹੋ। ਤੁਸੀਂ ਚੂਜ਼ੀ ਹੋ ਤਾਂ ਕੀ ਚੰਗੀਆਂ ਸਕ੍ਰਿਪਟਾਂ ਦੀ ਘਾਟ ਵੀ ਹੈ ਇੰਡਸਟਰੀ 'ਚ? ਐਬਸੋਲੂਟਲੀ ਹੈਗੀ ਜੀ। ਐਂਡ ਸਮਟਾਈਮਸ ਕੀ ਹੁੰਦਾ ਕਿ ਸਕ੍ਰਿਪਟਾਂ ਵੀ ਚੰਗੀਆਂ ਆ ਜਾਂਦੀਆਂ ਨੇ ਬਟ ਉਹਨਾਂ ਨੂੰ ਬੈਕਅਪ ਕਰਨ ਵਾਲੇ ਨਹੀਂ ਹੁੰਦੇ। ਕਈ ਵਾਰੀ ਸਬਜੈਕਟਸ ਬਹੁਤ ਵਧੀਆ ਹੁੰਦੇ ਨੇ ਪਰ ਪ੍ਰੋਡਿਊਸਰਸ ਨਹੀਂ ਮਿਲਦੇ, ਕਿਉਂਕਿ ਪ੍ਰੋਡਿਊਸਰਸ ਕਹਿੰਦੇ ਨਹੀਂ ਜੀ ਇਹ ਕਮਰਸ਼ੀਅਲ ਨਹੀਂ ਹੈਗਾ, ਜਾਂ ਇਹਦੇ 'ਚ ਬਿਲਕੁਲ ਕਾਮੇਡੀ ਨਹੀਂ ਹੈਗੀ, ਜਾਂ ਇਟਸ ਅ ਵੈਰੀ ਸੀਰੀਅਸ ਸਬਜੈਕਟ, ਔਰ ਵਟਐਵਰ ਇਟ ਮਾਈਟ ਬੀ, the reason might be. But ऐसा नहीं है कि मेरे को subjects नहीं है. A lot of times, like I have had like a lot of films ਜਿਹੜੀਆਂ ਮੇਰੇ ਕੋਲ ਆਈਆਂ ਸੀਗੀਆਂ, but then I did not kind of find that inspiring, or ਕਈ ਵਾਰੀ ਉਹਨਾਂ ਦੇ ਟੀਮ ਜਿਹੜੀ ਉਹਨਾਂ ਦੇ ਨਾਲ ਜੁੜੀ ਹੁੰਦੀ ਹੈ ਜਾਂ ਬੰਦੇ ਉਹਨਾਂ ਦੇ ਨਾਲ ਜੁੜੇ ਹੁੰਦੇ, they are not inspiring enough. ਪੰਜਾਬੀ ਇੰਡਸਟਰੀ ਮੋਸਟਲੀ ਤਾਂ ਪੰਜਾਬੀ ਸਿੰਗਰ ਦੀ ਮਾਰਕੀਟ ਨੂੰ ਕੈਪੀਟਲਾਈਜ਼ ਕਰਦੀ ਹੈ, ਤਾਂ ਜਿਹੜਾ ਪੂਰਾ ਇੱਕ ਮੂਵੀ ਫਿਨੋਮੀਨਾ ਹੈ ਜਾਂ ਜਿਵੇਂ ਮੂਵੀ ਬਣਦੀ ਹੈ ਐਕਟਰਸ ਨਾਲ, ਪ੍ਰੋਪਰ ਐਕਟਰਸ ਨਾਲ, ਉਹ ਘੱਟ ਫੋਲੋ ਹੁੰਦਾ ਹੈਗਾ। ਤੁਹਾਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਹੈ? ਵੂਮਨ ਸੈਂਟਰਿਕ ਮੂਵੀਜ਼ ਵੀ ਨਹੀਂ ਬਣਦੀਆਂ ਹੈਗੀਆਂ, ਉਹਨਾਂ ਰੋਲ ਵੀ ਗਿਣਤੀ ਦੇ ਥੋੜ੍ਹਾ ਜਿਹਾ ਹੀ ਪਾਰਟ ਹੁੰਦਾ ਹੈਗਾ ਹਰ ਮੂਵੀ 'ਚ। ਬਿਲਕੁਲ, ਬਿਕੋਜ਼ ਅਗੇਨ ਇਹ ਮਨਘੜਤ ਜਿਹੜੀ ਇੱਕ ਫਸਾਡ ਬਣਾਇਆ ਗਿਆ ਹੈ, ਇੱਕ ਆਈਡੀਓਲੋਜੀ ਬਣਾਤੀ ਗਈ ਹੈ ਕਿ ਨਹੀਂ ਜੀ ਜੇ ਸਿੰਗਰ ਨਹੀਂ ਹੈਗਾ ਤਾਂ ਫਿਲਮ ਚੱਲੂਗੀ ਨਹੀਂ, ਬਿਕੋਜ਼ ਸਿੰਗਰ ਦੇ ਫੈਨ ਫੋਲੋਇੰਗ ਨੇ। ਬਟ ਇਫ ਯੂ ਗੋ ਬੈਕ ਇਨ ਦ ਹਿਸਟਰੀ, ਜਿਹੜੀ ਪੰਜਾਬੀ ਸਿਨੇਮਾ ਵਿੱਚ ਤੁਸੀਂ ਜਾਓਗੇ, ਕਿੱਥੇ ਸੀਗੇ ਸਿੰਗਰ ਐਜ਼ ਐਕਟਰਸ? ਦੇਰ ਵਰ ਸਿੰਗਰਸ ਬਟ ਦੇ ਵਰ ਫਸਟ ਐਕਟਰਸ। ਓਮ ਪੁਰੀ ਜੀ ਸੀਗੇ, ਗੁਰਭੂਸ਼ਣ ਖਰਬੰਦਾ ਜੀ ਸੀ, ਰਾਜ ਬੱਬਰ ਜੀ, all of those veteran actors, they were actors, they were theatre people. ਉਹ ਥੀਏਟਰ 'ਚੋਂ ਆਏ ਸੀਗੇ, ਰਮਾ ਵਿੱਚ ਜੀ, ਪ੍ਰੀਤੀ ਸਪਰੂ, they were not singers, they were actors. ਉਹਨਾਂ ਦੇ ਨਾਲ ਫਿਲਮਾਂ ਵੀ ਚੱਲਦੀਆਂ ਸੀਗੀਆਂ, ਵਧੀਆ ਸਬਜੈਕਟਸ ਬਣਦੇ ਸੀਗੇ, ਐਕਸਪੈਰੀਮੈਂਟ ਹੁੰਦਾ ਸੀਗਾ ਨਵੇਂ ਸਬਜੈਕਟਸ ਨਾਲ। ਬਟ ਜਦੋਂ ਤੁਸੀਂ ਕਹਿੰਦੇ ਹੋ ਕਿ ਓਨਲੀ ਸਿੰਗਰ ਅਸੀਂ ਲੈ ਕੇ ਆਉਣੇ ਆ, ਇਹ ਮੇਨਸਟ੍ਰੀਮ ਐਕਟਰ ਵੀ ਨਹੀਂ ਹੁੰਦੇ ਬਿਕੋਜ਼ ਉਹ ਐਕਟਰ ਨਹੀਂ ਹੈਗੇ, ਦੇ ਆਰ ਵੈਰੀ ਰੇਅਰ, 1 or 2 ਮੇਬੀ ਬਹੁਤ ਹੀ ਵਧੀਆ ਜਿਹੜਾ ਐਕਸਟਰਾordinary ਕੋਈ ਟੈਲੈਂਟ ਹੋਵੇ ਕਿ ਬਈ ਸਿੰਗਰ ਵੀ ਹੈਗਾ ਤੇ ਐਕਟਰ ਵੀ ਬਹੁਤ ਵਧੀਆ ਹੈ। ਆਈ ਹੈਵ ਫੇਲ ਟੂ ਅੰਡਰਸਟੈਂਡ ਦੈਟ ਬਿਕੋਜ਼ ਆਈ ਡੂ ਨਾਟ ਸੀ ਦੈਟ। ਬਿਕੋਜ਼ ਜਦੋਂ ਮੈਂ ਸਕਰੀਨ 'ਤੇ ਦੇਖਦੀ ਹਾਂ, ਮੈਨੂੰ ਇੱਕ ਫਿਲਮ ਦੇਖਣ ਜਾਣਾ ਹੈ ਜੀ, ਮੈਨੂੰ ਉਹ ਐਕਟਰ ਨਾਲ ਜੁੜਨਾ ਹੈ ਰਾਈਟ ਔਨ ਸਕਰੀਨ। ਮੈਨੂੰ ਨਹੀਂ ਚਾਹੀਦਾ ਕਿ somebody who is really has a good fan following, but ਜੇ ਐਕਟਿੰਗ ਨਹੀਂ ਹੋ ਰਹੀ ਉਹਦੇ ਤੋਂ, is it justified? I don't know. ਤੇ ਮੈਨੂੰ ਐਜ਼ ਅ ਪਰਸਨ, that's my personal feeling, that producers
ਨੂੰ ਇਨਕਰੇਜ ਕਰਨਾ ਚਾਹੀਦਾ, ਨਵੇਂ ਐਕਟਰਸ ਨੂੰ ਲੈ ਕੇ ਆਓ, ਉਹਨਾਂ ਨੂੰ ਓਪਰਚੁਨਿਟੀ ਦਿਓ, ਜਾਂ ਟੈਲੈਂਟ ਨੂੰ ਥੋੜ੍ਹਾ ਜਿਹਾ ਇਨਵੈਸਟ ਕਰੋ। ਉਹਨਾਂ ਨੂੰ, ਜੇ ਤੁਸੀਂ ਤੁਹਾਡੇ ਕੋਲ ਕੋਈ ਨਵਾਂ ਐਕਟਰ ਹੈਗਾ ਆ, ਉਹਨਾਂ ਨੂੰ ਤੁਸੀਂ ਟ੍ਰੇਨਿੰਗ ਲਈ ਭੇਜੋ, in defined institutions. We have lovely institutes in India, who train you as an actor. ਉਹਨਾਂ ਨੂੰ ਉੱਥੋਂ ਭੇਜੋ, dig out more talent from them. Theatre, we have wonderful actors from theatre. ਰਿਫਾਈਨਡ ਇੱਕ ਗੱਲ ਕਰ ਰਹੇ ਹੈਗੇ ਹੋ ਪ੍ਰੋਗਰੈਸਿਵ ਥਾਟ ਨਾਲ, ਬਟ ਇੰਡਸਟਰੀ ਇੰਨੀ ਪ੍ਰੋਗਰੈਸਿਵ ਤੇ ਰਿਫਾਈਨਡ ਹੈ? They have to, because otherwise ਫਿਲਮਾਂ ਨਹੀਂ ਚੱਲਣੀਆਂ, and lately we have seen unfortunately that ਬਾਲੀਵੁੱਡ ਦੀ ਵੀ ਨਹੀਂ ਚੱਲ ਰਹੀਆਂ, ਪੰਜਾਬੀ ਮੂਵੀਆਂ ਵੀ ਘੱਟ ਹੀ ਚੱਲ ਰਹੀਆਂ। see, Bollywood ਥੋੜਾ ਜਿਹਾ ਇੱਕ ਡਿਫਰੈਂਟ ਮਾਰਕੀਟ ਹੈ, because the numbers are very big over there. ਰਿਸਕ ਫੈਕਟਰ ਥੋੜਾ ਜਿਹਾ ਜ਼ਿਆਦਾ ਵੀ ਹੁੰਦਾ, ਘੱਟ ਵੀ ਹੁੰਦਾ। ਜੇ ਬਹੁਤ ਵੱਡੀ ਬਜਟ ਦੀ ਫਿਲਮ ਹੈ, ਦੈਟਸ ਅ ਡਿਫਰੈਂਟ ਇਸ਼ੂ, ਬਟ ਜਿਹੜੀ ਮੀਡੀਓਕਰ ਫਿਲਮ ਹੈ, ਯੂ ਕੈਨ ਰਿਕਵਰ ਦ ਫਿਲਮਸ ਬਾਏ ਸੈਲਿੰਗ ਇਟ ਔਨ ਡਿਫਰੈਂਟ ਚੈਨਲਸ। ਸਾਡੇ ਕੋਲ ਇੰਨੀ ਪੰਜਾਬੀ ਸਿਨੇਮਾ 'ਚ ਹਲੇ ਇੰਨੇ ਚੈਨਲਸ ਹੈ ਨਹੀਂ ਜਿੱਥੇ ਅਸੀਂ ਫਿਲਮਾਂ ਦੇ ਰਾਈਟਸ ਵੇਚ ਸਕੀਏ ਜਾਂ ਮਿਊਜ਼ਿਕ ਰਾਈਟਸ ਵੇਚ ਸਕੀਏ। ਐਵਰੀਬਡੀ ਕੀਪਸ ਡਿਪੈਂਡਿੰਗ ਕਿ ਨਹੀਂ ਜੀ ਸਿੰਗਰ ਹੈਗਾ ਤੇ ਉਹਦੇ ਮਿਊਜ਼ਿਕ ਰਾਈਟਸ ਤੋਂ ਰਿਕਵਰ ਹੋ ਜਾਊਗਾ। It is false. I am going to tell you today on your live media that it's all false pretext. एक फिल्म बनानी कोई जोक नहीं है, कोई मजाक नहीं है, it's an entire team. There is money put in it, there is investment of time, effort, there has to be a proper story. Director ਨੂੰ ਪਤਾ ਹੋਣਾ ਚਾਹੀਦਾ ਉਹ ਕੀ ਕਰ ਰਿਹਾ, actors ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਕੀ ਕਰ ਰਹੇ। and I'm sorry to say, but ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗੀ ਇੱਥੇ, people who want to produce or look forward, do a little bit of a study on box office. You can go online, you can study box office, you can ਸਾਰੇ ratings are available online, there are reports which are available online. ਪਹਿਲਾਂ ਤੁਸੀਂ ਸਟੱਡੀ ਕਰੋ, just don't listen to hearsay. ਆਪਾਂ ਕੁਝ ਵੀ ਕਰਦੇ ਆਪਾਂ ਸੇਬ ਖਰੀਦਣ ਜਾਂਦੇ ਆ, we see 10 kind of apples right in front of us, but now here we are talking about millions of dollars where we want to invest, and ਤੁਸੀਂ ਕਹੋ ਕਿ ਨਹੀਂ ਜੀ ਇੱਕ ਨੇ ਕਹਿਤਾ ਤੇ ਅਸੀਂ ਉਹਦੀ ਗੱਲ ਮੰਨ ਲਈ। So do your research. I always believe that you should invest some more time, to see, ਤਾਂ ਹੀ ਕਰਕੇ ਫਿਰ ਸਾਡੀ ਫਿਲਮਾਂ ਚੰਗੀਆਂ ਬਣ ਗਈਆਂ। ਇੱਕ ਗੱਲ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਐਕਟਰਸ ਇੰਡਸਟਰੀ 'ਚ ਕੰਮ ਕਰਦੇ ਰਹੇ ਨੇ, ਉਹਨੇ ਵਾਰੀ ਕਿਹਾ ਵੀ ਜਿਹੜੀ ਮੇਲ ਈਗੋ ਹੈ, ਜੇ ਤੁਸੀਂ ਕਿਸੇ ਨੂੰ ਰਿਫਿਊਜ਼ ਕਰ ਦਿੰਦੇ ਹੋ ਮੂਵੀ ਜਾਂ ਹੋਰ ਕੁਝ, ਉਹ ਥੋੜ੍ਹੇ ਅਗੇਂਸਟ ਵਰਕ ਕਰ ਜਾਂਦੀ ਹੈ। ਪ੍ਰੋਫੈਸ਼ਨਲਿਜ਼ਮ ਉਸ ਤਰ੍ਹਾਂ ਦਾ ਹੈ ਨਹੀਂ ਗਾ। ਉਹ ਕਹਿੰਦੇ ਆ ਵੀ ਜੇ ਮੂਵੀ ਕੋਈ ਆਫਰ ਕਰਦਾ ਤਾਂ ਆਸਾਨ ਕਰ ਰਿਹਾ ਤੁਹਾਡੇ ਤੋਂ। I think it is everywhere. ਤੁਸੀਂ ਵੀ ਇਹ ਜਿਹਾ ਐਕਸਪੀਰੀਅੰਸ ਕੀਤਾ? ਸਿੰਪਲ ਸਵਾਲ ਹੈ, ਤੁਸੀਂ ਮੇਲ ਹੋ ਰਾਈਟ, ਤੁਸੀਂ ਕੁੜੀ ਨੂੰ ਪਟਾਉਣ ਜਾਂਦੇ ਹੋ, ਤੁਸੀਂ ਪ੍ਰਪੋਜ਼ ਕਰਦੇ ਹੋ ਕਿਸੇ ਕੁੜੀ ਨੂੰ, ਜੇ ਤੁਹਾਨੂੰ ਕੋਈ ਕਹਿ ਦੇ ਨਹੀਂ ਯਾਰ ਸੌਰੀ, ਇਟ ਹਰਟਸ ਯੂ ਰਾਈਟ, ਇਨ ਵਾਟ ਐਵਰ ਮੈਨਰ ਯੂ ਮਾਈਟ ਟੇਕ ਇਟ। I think male ego has been in all environment. I think it happens in all institutions, whether you call it male ego, whether you call it, पर सारे नहीं इदा होंगे। I disagree with that, and we will not generalize कि सारे बंदे ही इदा होंगे है, सारी women are always like that. I think we have all sort of people, but generally if you see a trend, yes, we believe that किते ना किते women have been told or seen in a light where they feel that they are a little inferior, or they will not be able to take a managerial call or accounting call, in the industry, कि जिसे creatively तुसी suggestions ज़्यादा नहीं दे सकते। But I think with time it's changing, but I still feel कि हले we are a little, far behind. Yes. ਤੁਸੀਂ ਕਾਫੀ ਗੈਪ ਲੈਣ, ਜਿਵੇਂ ਪਹਿਲਾਂ ਗੱਲ ਕੀਤੀ, ਤੇ ਅੱਜ ਕੱਲ੍ਹ ਸਮਾਂ ਬਹੁਤ ਫਾਸਟ ਹੈ, ਡਿਜੀਟਲ ਦਾ ਵਰਲਡ ਹੈ, ਸਮਾਂ ਬੜੀ ਜਲਦੀ ਬਦਲ ਰਿਹਾ, ਤੇ ਜਿਸ ਡਾਇਰੈਕਸ਼ਨ 'ਚ ਇੰਡਸਟਰੀ ਜਾ ਰਹੀ ਹੈ, ਮੈਂ ਬੜਾ ਸਪੈਸੀਫਿਕਲੀ ਸਵਾਲ ਪੁੱਛ ਰਿਹਾ, ਸਿੰਗਰਸ ਗੈਂਗਸਟਰਸ ਕਨੈਕਸ਼ਨ ਆ ਰਿਹਾ, ਧਮਕੀਆਂ ਮਿਲ ਰਹੀਆਂ, ਬਹੁਤ ਹੀ ਨਾਮੀ ਸਿੰਗਰ ਸਿੱਧੂ ਮੂਸੇਵਾਲਾ ਦਾ ਕਤਲ ਵੀ ਹੋ ਜਾਂਦਾ। ਜਦੋਂ ਤੁਸੀਂ ਇੰਡਸਟਰੀ 'ਚ ਕੰਮ ਨਹੀਂ ਕਰ ਰਹੇ ਹੁੰਦੇ, ਇਹ ਚੀਜ਼ਾਂ ਦੇਖਦੇ ਹੋ, ਤੁਹਾਨੂੰ ਕਿਵੇਂ ਲੱਗਦਾ? ਇਹ ਇੰਡੀਵਿਜੂਅਲ 'ਤੇ ਡਿਪੈਂਡ ਕਰਦਾ ਕਿ ਹਾਊ ਯੂ ਵਾਂਟ ਟੂ ਕੈਰੀ yourself, ਹਾਊ ਯੂ ਵਾਂਟ ਟੂ ਕੰਡਕਟ yourself, ਹਾਊ ਫਾਰ ਡੂ ਯੂ ਵਾਂਟ ਟੂ ਟੇਕ yourself so seriously in a very objective industry, if we call it. It's a very serious business. At the same time, you cannot meddle with it, you cannot take it as a joke, but at the same time you cannot hold someone at a gunpoint. No one can make me act at a gunpoint, right? या तुसी कहो कि जे गैंगबाजी या it's everywhere. मतलब ਤੁਸੀਂ ਕਿਹੜੀ ਇੰਡਸਟਰੀ ਨਹੀਂ ਹੈ ਜਿੱਥੇ ਅਸੀਂ ਨਹੀਂ ਸੁਣਦੇ ਇਹ ਚੀਜ਼ਾਂ ਹੋ ਰਹੀਆਂ ਨੇ। ਸੋ ਆਈ ਥਿੰਕ ਇਟਸ ਜਸਟ ਦ ਟਾਈਮਸ, ਐਂਡ ਇਟ ਆਲਸੋ ਡਿਪੈਂਡਸ ਔਨ ਐਨ ਇੰਡੀਵਿਜੂਅਲ ਹਾਊ ਯੂ ਵਾਂਟ ਟੂ ਕੰਡਕਟ ਯੋਰਸੈਲਫ। ਵੀ ਹਾਲੇ ਵੀ ਡਿਸੀਜਨ ਆਇਆ ਵੀ ਤੁਸੀਂ ਗਨਸ ਨੂੰ ਲੈ ਕੇ ਗਾਣੇ ਨਹੀਂ ਗਾ ਸਕਦੇ। ਪੰਜਾਬ ਸਰਕਾਰ ਨੇ ਡਿਸੀਜਨ ਲਿੱਤਾ ਹੈ, ਇੱਕ ਤਰ੍ਹਾਂ ਤੋਂ ਬੈਨ ਲਾ ਦਿੱਤਾ ਹੈ। ਤਾਂ ਤੁਹਾਨੂੰ ਲੱਗਦਾ ਵੀ ਜੇ ਗਾਣਿਆਂ ਕਰਕੇ ਹੀ ਵਾਇਲੈਂਸ ਹੁੰਦੀ ਹੈ, ਜਾਂ ਗਾਣਿਆਂ ਕਰਕੇ ਹੀ ਲੋਕ ਪਿਸਤੌਲ ਜਾਂ ਅਸਲਾ ਚੱਕਦੇ ਨੇ, ਉਸ ਤੋਂ ਇਲਾਵਾ ਨਹੀਂ ਹੈਗਾ?
ਕਿ ਬੈਨ ਸਹੀ ਚੀਜ਼ ਹੈ ਤਾਂ ਲਾਉਣੀ ਕਿਸੇ ਚੀਜ਼ ਤੇ ਔਰ ਪਹਿਲੀ ਤੇ ਗੱਲ ਫਸਟ ਆਫ ਆਲ ਵੈਦਰ ਇੰਡਸਟਰੀ ਔਰ ਨੋ ਇੰਡਸਟਰੀ ਆਈ ਐਮ ਨਾਟ ਟਾਕਿੰਗ ਕਿ ਆਪਾਂ ਫਿਲਮਾਂ ਦੀ ਗੱਲ ਨਹੀਂ ਕਰ ਰਹੇ ਆਪਾਂ ਫਿਲਮ ਵੈਸੇ ਹੀ ਕੀ ਲੋੜ ਹੈ ਸਾਨੂੰ ਗਨਸ ਦੀ ਆਮ ਜਸਟ ਜਨਰਲੀ ਆਸਕਿੰਗ ਯੂ ਔਨ ਅ ਜਨਰਲ ਨੋਟ ਜੇ ਮੈਨੂੰ ਕਿਸੇ ਚੀਜ਼ ਦਾ ਡਰ ਜੇ ਮੈਂ ਕੋਈ ਗਲਤੀ ਕੀਤੀ ਤਾਂ ਮੈਨੂੰ ਕੋਈ ਡਰ ਹੋਣਾ ਚਾਹੀਦਾ ਰਾਈਟ ਬਟ ਇਫ ਆਈ ਐਮ ਸੇਇੰਗ ਕਿ I am against use of guns strictly, then you stick to that factor कि हाँ on a generic note ਸਾਰੇ ਹੀ ਚਾਹੁੰਦੇ ਨੇ ਕਿ ਯਾਰ ਵਾਇਲੈਂਸ ਨਾ ਹੋਵੇ ਆਪਣੇ ਘਰਾਂ 'ਚ ਜਦੋਂ ਅਸੀਂ ਬਹਿੰਦੇ ਹਾਂ ਸਾਡੇ ਵੱਡੇ ਬਜ਼ੁਰਗ ਬੱਚੇ ਸਾਰੇ ਹੁੰਦੇ ਆ who wants to take out a gun and say ਕਿ ਆ ਦੇਖੋ ਜੀ ਸਾਡੇ ਕੋਲ ਬੰਦੂਕ ਹੈਗੀ ਅਸਲਾ ਹੈ ਨਾ I don't think it's an healthy environment first of all to begin with whether films or no films but television films music has always been a transport or a medium to present an ideology to influence the society ਜਦੋਂ ਵੀ ਅਸੀਂ ਕੋਈ ਫਿਲਮ ਬਣਾਉਂਦੇ ਆ ਅਸੀਂ ਕੋਈ ਗਾਣਾ ਗਾਉਂਦੇ ਆ why are we doing that we want to take a message from one part of the world to the other part the audience right that's a message whatever you're making whether it's a commercial film whether it's a comedy there is always a message you have audience subtly picks up that message ਐਂਡ ਇਫ ਜੇ ਅਸੀਂ ਗਾਣਿਆਂ 'ਚ ਅਸੀਂ ਗਨ ਦਿਖਾ ਰਹੇ ਹਾਂ ਅਸੀਂ ਨਿਊਡਿਟੀ ਦਿਖਾ ਰਹੇ ਹਾਂ ਅਸੀਂ ਡਰੱਗਸ ਦਿਖਾ ਰਹੇ ਹਾਂ ਸਮਵੇਅਰ ਡਾਊਨ ਦ ਲਾਈਨ ਯੂ ਆਰ ਪੁਸ਼ਿੰਗ ਦੈਟ ਆਈਡੀਆ ਰਾਈਟ ਇਨ ਦ ਸੋਸਾਇਟੀ ਵਾਈ ਵੁੱਡ ਯੂ ਵਾਂਟ ਟੂ ਇਨਕਰੇਜ ਸਮਥਿੰਗ ਲਾਈਕ ਦੈਟ ਕ੍ਰੀਏਟੀਵਿਟੀ 'ਚ ਰਿਸਟ੍ਰਿਕਸ਼ਨ ਨਹੀਂ ਹੁੰਦੀ ਕ੍ਰੀਏਟੀਵਿਟੀ 'ਚ ਤਾਂ ਸਭ ਕੁਝ ਆਉਂਦਾ ਜੇ ਸੋਸਾਇਟੀ 'ਚ ਚੀਜ਼ਾਂ ਹੈਗੀਆਂ ਅਨਲੈਸ ਇਟਸ ਅ ਸਬਜੈਕਟ ਵਿਚ ਇਜ਼ ਰੀਅਲੀ ਰੈਲੇਵੈਂਟ ਹਾਂ ਮੈਂ ਕਹੂੰਗੀ ਜੇ ਤੁਸੀਂ ਡਾਕੂਆਂ ਤੇ ਇੱਕ ਫਿਲਮ ਬਣਾ ਰਹੇ ਹੋ ਯਾ ਯੂ ਨੀਡ ਦਿਸ ਥਿੰਗ ਬਟ ਇਫ ਕਨਸਟੈਂਟਲੀ ਦ ਹੋਲ ਇੰਡਸਟਰੀ ਬਿਕਮਸ ਲਾਈਕ ਦੈਟ ਕਿ ਨਹੀਂ ਯਾਰ ਅਸਲੀ ਅਸਲਾ ਐਂਡ ਵੀ ਆਰ ਗਲੋਰੀਫਾਈਂਗ I have heard lyrics ਜਿਹੜੇ I'm sorry to say I am ashamed sometimes ਜਦੋਂ ਮੈਂ ਸੁਣਦੀ ਹਾਂ ਜੇ ਅਸੀਂ ਇੱਕ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਹਾਂ ਕੋਈ ਵੀ ਕਮਿਊਨਿਟੀ I say I'm not talking about only like Sikh or Punjabi community I am saying ਮੈਂ ਅਭੀ ਜੇ ਹਿੰਦੀ 'ਚ ਵੀ ਆਪਾਂ ਗਾਣੇ ਗਾਉਂਦੇ ਹਾਂ ਜੇ ਤੁਸੀਂ ਨਿਊਡਿਟੀ ਮੈਨੂੰ ਨਹੀਂ ਲੱਗਦਾ ਇੱਕ ਨੋਰਮਲ ਫੈਮਿਲੀ 'ਚ ਬਹਿ ਕੇ ਜੇ ਫੈਮਿਲੀ ਅਸੀਂ ਦੇਖ ਰਹੇ ਹਾਂ TV anyone's comfortable watching that anyone's comfortable watching a bikini clad woman or what okay they have personal choices they want to watch it but when you come on a public platform I think we need to be responsible about the choices we make we have to be responsible I am responsible when I make content I am reading a script if I feel that this is morally my responsibility that I don't want to give this idea to youngsters or youth I will have to say no ये नहीं कि भाई आई एम बीइंग पेड सो आई विल डू एनीथिंग आई थिंक वी एज ह्यूमन बीइंग्स हैव अ सर्टेन रिस्पॉन्सिबिलिटी एक्टिंग तो फिर सेकेंडरी आती है ना तो एज अ ह्यूमन बीइंग यू हैव फर्स्ट योर एथिक मॉरल रिस्पॉन्सिबिलिटी दैट व्हाट यू वांट टू गिव आउट इन द सोसाइटी बट आई एम सेइंग क्रिएटिविटी पे अभी कुछ भी बनाए जाओ आई मीन आई डोंट थिंक that's my point of view again बैन लाना सही है गलत on gun yeah definitely क्यों चाहिए guns क्यों लोड है ਮੈਨੂੰ ਤੁਸੀਂ ਦੱਸੋ ਗਾਣਿਆਂ 'ਚ ਗਨਸ ਦਾ ਜ਼ਿਕਰ ਆਉਣਾ ਉਹ ਤੇ ਬੈਨ ਲਾਇਆ ਗਿਆ I am again telling why do we need हमारे पास पंजाब में कमी है सब्जेक्ट्स की मतलब गाने बजाने की we are a state which is music oriented साडी बाणी music ते लिखी गई है you know the whole entire structuring of our religious ethics is on music ते सानू बंदूकां च ते मतलब what is the fun you glorify music and you glorify other things glorify unity glorify peace glorify love glorify respect for each other why not then there are some singers who do that they're doing that ਤੇ ਅਸੀਂ ਇੱਕ ਪਾਸਾ ਜੀ ਅਸੀਂ ਕਹਿ ਦਈਏ ਕਿ ਨਹੀਂ we want to glorify so well I don't think we need guns in the society anymore there's enough war there's enough drugs there's enough death in times like these we need a little more peace ਕੈਲਗਰੀ ਕਿਵੇਂ ਆਉਣਾ ਹੋਇਆ I'm shooting a feature film and Calgary ਨੂੰ ਨਾ ਮੈਨੂੰ ਬੜਾ ਪਿਆਰ ਹੈ ਜੀ ਕੈਲਗਰੀ ਨਾਲ ਸਾਡੇ ਜੀ ਬਹੁਤ ਕਲੋਜ਼ ਮੇਰੇ ਫੈਮਿਲੀ ਵੀ ਇੱਥੇ ਰਹਿੰਦੇ ਹੈ ਐਂਡ ਬਟ ਇਸ ਵੇਲੇ ਫਿਲਹਾਲ ਅਸੀਂ ਇੱਕ ਫਿਲਮ ਸ਼ੂਟ ਕਰ ਰਹੇ ਹਾਂ ਜਿਹੜੀ ਰੋਸ਼ਨ ਪ੍ਰਿੰਸ ਜੀ ਹੀਰੋ ਨੇ ਸਾਡੇ ਫਿਲਮ ਦੇ ਯੋਗਰਾਜ ਜੀ ਨੇ ਰਾਣਾ ਰਣਬੀਰ ਨੇ ਇੱਕ ਛੋਟਾ ਚਾਈਲਡ ਆਰਟਿਸਟ ਹੈ ਅਰਮਾਨ ਉਹ ਹੈਗੇ ਫਿਲਮ 'ਚ ਸੋ ਉਹਦੇ ਕਰਕੇ ਜੀ ਇਸ ਵੇਲੇ ਅਸੀਂ ਆਏ ਹੋਏ ਹਾਂ
ਕੈਲਗਰੀ। ਰੈਡ ਐਫਐਮ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਐਂਡ ਹਮ। ਥੈਂਕ ਯੂ ਐਂਡ ਆਈ ਲਵ ਰੈਡ ਐਫਐਮ। ਇਹਨਾਂ ਨੇ ਬਹੁਤ ਬਹੁਤ ਜੀ ਕੈਨੇਡਾ 'ਚ ਇਹ ਚੈਨਲ ਆਲਮੋਸਟ ਇਟਸ ਬੀਨ 16 years that Red FM has established themselves and ਇਹ ਸਿਰਫ ਪੰਜਾਬੀ ਕਮਿਊਨਿਟੀ ਨਹੀਂ ਬਟ ਆਲ ਓਵਰ ਜਿਹੜੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ ਉਹਨਾਂ ਨੂੰ ਇਹ ਫੋਕਸ ਕਰਦੇ ਹੈ ਐਂਡ they've done great and I'm very happy to be here and all the best and